ਜਿਹੜੀ ਪ੍ਰਧਾਨਗੀ ਇਸ ਸਮੇਂ ਹੁਣ ਚੱਲ ਰਹੀ ਹੈ ਉਹ ਠੀਕ ਹੈ, ਉਹ 2022 ਦੇ ਲਈ ਵੀ ਉਹ ਠੀਕ ਹੈ, ਜਾਂ ਤੁਸੀਂ ਮੰਨਦੇ ਹੋ ਕਿਉਂਕਿ ਨਵਜੋਤ ਸਿੰਘ ਸਿੱਧੂ ਵਰਗਾ ਲੀਡਰ ਵੀ ਆਉਣਾ ਚਾਹੀਦਾ? ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਕਾਂਗਰਸ ਦੀ ਜਿਹੜੀ ਕਮਾਨ ਹੈ, ਕੀ ਇਸ ਦੀ ਪ੍ਰਧਾਨਗੀ ਕਿਸੇ ਹੋਰ ਹੱਥ ਦੇ ਵਿੱਚ, ਹੋਰ ਚੰਗੇ ਲੀਡਰ ਦੇ ਵਿੱਚ ਦੇਣੀ ਚਾਹੀਦੀ ਆ? ਸਾਡੇ ਵਾਲਾ ਪ੍ਰਧਾਨ ਸਮਗਰਾਣਾ ਦੀ ਸਪੋਰਟ ਕਰਦਾ ਹੈ। ਇਸ ਤਰ੍ਹਾਂ ਦੇ ਨਾਲ ਕਾਂਗਰਸੀ ਵਰਕਰਾਂ ਨੂੰ ਭੇਜ ਦਿੱਤਾ ਜਾਂਦਾ ਹੈ ਕਿ ਜਾਓ ਜੀ, ਅੱਜ ਬਾਜਵਾ ਸਾਹਿਬ ਦੇ ਘਰ ਦੇ ਬਾਹਰ ਪ੍ਰੋਟੈਸਟ ਕਰ ਲਓ, ਧਰਨਾ ਲਾ ਲਓ, ਤੇ ਅੱਜ ਦੁੱਲੋ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾ ਲਓ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਕਿਸੇ ਖਾਸ ਲੀਡਰ ਦੀ ਸ਼ਾਇਦ ਤੇ ਇਹ ਹੋ ਰਿਹਾ ਜਿਹੜੇ ਧਰਨੇ ਪ੍ਰਦਰਸ਼ਨ ਤੁਹਾਡੇ ਘਰਾਂ ਦੇ ਬਾਹਰ ਹੋ ਰਹੇ? ਜਦੋਂ ਅਸੀਂ ਘਰ ਹੋਈਏ ਉਦੋਂ ਆਓ ਜੀ। ਤਾਂ ਚੰਗੀ ਗੱਲ ਹੋਏਗੀ। ਤੇ ਫਿਰ ਤੁਹਾਡੇ ਨਾਲ ਡਿਸਕਸ਼ਨ ਵੀ ਹੋ ਜਾਏਗੀ, ਵਿਚਾਰ ਵੀ ਹੋ ਜਾਣਗੇ। ਬਿਲਕੁਲ। ਔਰ ਮੈਂ ਤਾਂ ਇਹਨਾਂ ਨੂੰ ਪੁੱਛਣਾ ਵੀ ਕਿਆ ਪੰਜਾਬ ਦੇ ਵਿੱਚ ਮਾਫੀਆ ਦੇ ਨਾਲ ਹੈ ਜਿਹੜੇ ਧਰਨੇ ਤੇ ਭੇਜੇ ਜਾਂਦੇ ਜੀ, ਇਹ ਭੇਜਣ ਵਾਲੇ ਵੀ ਸਮਗਲਰ ਉਹਦੇ ਕਾਫੀ ਸਾਡੇ ਲੀਡਰ ਕਾਫੀ ਜਿਹੜੇ ਨੇ ਇਨਵੋਲਵ, ਉਹ ਲੋਕਲ ਲੀਡਰਾਂ ਤੋਂ ਤਹਿ ਤੋਂ ਬਿਨਾਂ ਤਾਂ ਚੱਲਦੀ ਕਰੋੜਾਂ ਰੁਪਏ ਦਾ ਪਲਾਨ ਹੈ। ਬਿਲਕੁਲ। ਗੈਰ ਕਾਨੂੰਨੀਆਂ ਬਿਨਾਂ ਲਾਇਸੈਂਸ ਤੋਂ ਚੱਲਦਾ ਹੈ। 4-5 ਸਾਲਾਂ ਤੋਂ ਉਹ ਰੈਸਟਰੀ ਚੱਲਦੀ ਹੈ। ਔਰ ਪਿੰਡ ਪਿੰਡ ਦੇ ਲੋਕਾਂ ਨੂੰ ਪਤਾ ਕਿ ਇਹ ਆਜ ਵੀ ਖਰਾਬ ਹੈ, ਕਿਹੜੇ ਲੀਡਰ ਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਜਿਸ ਤਰੀਕੇ ਦੇ ਨਾਲ ਕਾਂਗਰਸੀ ਵਰਕਰ ਇਹ ਪ੍ਰੋਟੈਸਟ ਕਰ ਰਹੇ ਨੇ ਕਿ ਇਹਨਾਂ ਨੂੰ ਕੋਈ ਤਾੜਨਾ ਕੀਤੀ ਜਾਵੇ? ਪ੍ਰਧਾਨ ਜਿਹੜਾ ਸਾਡਾ ਕਾਂਗਰਸ ਦਾ ਜਿਹੜੀ ਅਸੀਂ ਆਵਾਜ਼ ਉਠਾਈ ਹੈ ਜੀ, ਮਾਫੀਆ ਦੇ ਖਿਲਾਫ, ਮੈਂ ਔਰ ਬਾਜਵਾ ਸਾਹਿਬ, ਉਹ ਕੰਮ ਕਰਨਾ ਚਾਹੀਦਾ ਕਿ ਸੁਖਬੀਰ ਝਾਖੜ ਨਾ ਇਹਨੂੰ ਪਤਾ ਵੀ ਕਾਂਗਰਸ ਦਾ ਕਲਚਰ ਕੀ ਹੈ। ਜਿਹੜਾ ਕੰਮ ਸੁਖਬੀਰ ਨੂੰ ਇਹਦਾ ਸਮਗਲਰਾਂ ਨਾਲ ਮਿਲ ਗਿਆ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਦੇਸ਼ ਅਤੇ ਵਿਦੇਸ਼ ਦੇ ਵਿੱਚ ਬੈਠੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ। ਸਾਡੇ ਇਸ ਪ੍ਰੋਗਰਾਮ ਨੂੰ ਇਸ ਸਮੇਂ ਤੁਸੀਂ ਗਲੋਬਲ ਪੰਜਾਬ ਟੀਵੀ ਅਤੇ ਨਾਲ ਦੀ ਨਾਲ ਚੈਨਲ ਪੰਜਾਬੀ ਟੀਵੀ ਤੇ ਦੇਖ ਰਹੇ ਹੋ ਜੀ। ਤੇ ਇਸ ਤੋਂ ਇਲਾਵਾ ਨਾਲ ਹੀ ਫੇਸਬੁੱਕ ਦੇ ਉੱਪਰ ਵੀ ਜੋ ਸਾਡਾ ਪੇਜ ਹੈ ਗਲੋਬਲ ਪੰਜਾਬ ਟੀਵੀ, ਇੱਥੇ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਸਕਦੇ ਹੋ ਜੀ। ਸੋ ਬ੍ਰੇਕ ਤੇ ਜਾਣ ਤੋਂ ਪਹਿਲਾਂ, ਯਾਨੀ ਕਿ ਪ੍ਰੋਗਰਾਮ ਦੇ ਪਹਿਲੇ ਭਾਗ ਦੇ ਵਿੱਚ ਅਸੀਂ ਚਰਚਾ ਕੀਤੀ ਹੈ ਜਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਹੁਣ ਇਕੱਠੀਆਂ ਹੋਈਆਂ ਨੇ। ਬਲਵੀਰ ਸਿੰਘ ਰਾਜੇਵਾਲ ਉਹਨਾਂ ਦੇ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਆਖਿਆ ਕਿ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਲੇ ਤੱਕ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਹ ਹਜੇ ਉਹਨਾਂ ਦੇ ਨਾਲ ਉਸ ਤਰੀਕੇ ਦੇ ਨਾਲ ਖੜਦੇ ਨਜ਼ਰ ਨਹੀਂ ਆਏ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਨੇ ਸਰਬ ਪਾਰਟੀ ਜਿਹੜਾ ਮੀਟਿੰਗ ਸੱਦੀ ਸੀ ਤੇ ਇਸ ਦੇ ਵਿੱਚ ਮਤਾ ਜਿਸ ਤਰੀਕੇ ਦੇ ਨਾਲ ਇੱਕ ਪਾਸ ਕੀਤਾ ਗਿਆ ਸੀ ਸਾਰੀਆਂ ਪਾਰਟੀਆਂ ਨੂੰ ਮਿਲਾ ਕੇ, ਪਰ ਅਫਸੋਸ ਦੀ ਗੱਲ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸ ਮੀਟਿੰਗ ਦਾ ਹਿੱਸਾ ਬਣੇ ਸੀ, ਪਰ ਸਰਬਸੰਮਤੀ ਵਾਲੇ ਮਤੇ ਤੋਂ ਜਿਹੜਾ ਪੈਰ ਸੀ ਉਹ ਅਕਾਲੀ ਦਲ ਵੱਲੋਂ ਪਿੱਛੇ ਖਿੱਚ ਲਏ ਗਏ ਸੀ। ਹਾਲਾਂਕਿ ਹੁਣ ਤੱਕ ਅਕਾਲੀ ਦਲ ਇਹ ਕਹਿੰਦੀ ਆ ਰਹੀ ਹੈ ਕਿ ਉਹ ਕਿਸਾਨਾਂ ਦੀ ਪਾਰਟੀ ਹੈ, ਲੇਕਿਨ ਜਦੋਂ ਹੁਣ ਕਿਸਾਨਾਂ ਦਾ ਇੰਨਾ ਵੱਡਾ ਮਸਲਾ ਅੜਿਆ ਹੋਇਆ ਤੇ ਹੁਣ ਉਹੀ ਕਿਸਾਨਾਂ ਦੀ ਪਾਰਟੀ ਫਿਰ ਪਿੱਛੇ ਪੈਰ ਕਿਉਂ ਪੁੱਟ ਰਹੀ ਹੈ, ਇਹ ਵੀ ਇੱਕ ਵੱਡਾ ਸਵਾਲ ਹੈ। ਸੋ ਇਸ ਤੇ ਵੀ ਥੋੜ੍ਹੀ ਬਹੁਤ ਅਸੀਂ ਚਰਚਾ ਕਰਾਂਗੇ, ਲੇਕਿਨ ਇਸ ਸਮੇਂ ਸਾਡੇ ਨਾਲ ਕਾਲਰ ਸਾਡੇ ਜੁੜੇ ਨੇ ਜੀ। ਸਵਾਗਤ ਹੈ ਸਰ, ਬਹੁਤ ਬਹੁਤ ਤੁਹਾਡਾ। ਮਾਫ ਕਰਨਾ ਜੀ, ਜਿੱਦਾਂ ਕਿ ਅਸੀਂ ਪਹਿਲਾਂ ਕਾਂਗਰਸ ਪਾਰਟੀ ਦੀ ਗੱਲਬਾਤ ਕਰਕੇ ਹਟੇ ਸੀ ਤੇ ਕਿ ਬਾਜਵਾ ਸਾਹਿਬ ਤੋਂ ਬਾਅਦ ਹੁਣ ਸ਼ਮਸ਼ੇਰ ਸਿੰਘ ਦੁੱਲੋ ਉਹਨਾਂ ਦੇ ਘਰ ਦੇ ਬਾਹਰ ਵੀ ਜਿਹੜੇ ਕਾਂਗਰਸੀ ਨੇ ਹੁਣ ਉਹ ਧਰਨੇ ਪ੍ਰਦਰਸ਼ਨ ਕਰਨ ਲੱਗ ਪਏ ਨੇ। ਸੋ ਕਿਸ ਤਰ੍ਹਾਂ ਦਾ ਮੈਸੇਜ ਕਾਂਗਰਸ ਪਾਰਟੀ ਦੇਣਾ ਚਾਹੁੰਦੀ ਹੈ ਪੰਜਾਬ ਦੇ ਲੋਕਾਂ ਨੂੰ, ਜਾਂ ਦੇਸ਼ ਦੇ ਲੋਕਾਂ ਨੂੰ, ਜਾਂ ਫਿਰ ਪੰਜਾਬ ਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਨੇ? ਤੇ ਇਸ ਬਾਰੇ ਸ਼ਮਸ਼ੇਰ ਸਿੰਘ ਦੁੱਲੋ ਹੋਰਾਂ ਦਾ ਕੀ ਸੋਚਣਾ ਹੈ, ਇਸ ਬਾਰੇ ਗੱਲ ਕਰਨ ਦੇ ਲਈ ਖੁਦ ਸਰਦਾਰ ਸ਼ਮਸ਼ੇਰ ਸਿੰਘ ਦੁੱਲੋ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੀ। ਦੁੱਲੋ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੁਹਾਡਾ ਵੀ ਬਹੁਤ ਧੰਨਵਾਦ ਜੀ, ਤੁਸੀਂ ਮੌਕਾ ਦਿੱਤਾ ਹੈ ਜੀ। ਦੁੱਲੋ ਸਾਹਿਬ, ਤੁਹਾਡੀ ਪਾਰਟੀ ਦੇ ਵਿੱਚ ਦੇਖੀਏ ਤਾਂ ਕੀ ਹੋ ਰਿਹਾ? ਇੱਕ ਪਾਸੇ ਤਾਂ ਤੁਹਾਡੀ ਪਾਰਟੀ ਕਹਿੰਦੀ ਹੈ ਕਿ ਲੋਕਤੰਤਰਿਕ ਤੁਹਾਡੀ ਪਾਰਟੀ ਹੈ, ਤੁਹਾਡੀ ਪਾਰਟੀ ਦੇ ਵਿੱਚ ਕੋਈ ਵੀ ਲੀਡਰ ਆਪਣੀ ਗੱਲ ਰੱਖ ਸਕਦਾ, ਜਾਣੀ ਉਹਦਾ ਅਧਿਕਾਰ ਹੈ ਕਿ ਉਹ ਆਪਣੀ ਗੱਲ ਪਾਰਟੀ ਦੇ ਅੱਗੇ ਰੱਖ ਸਕਦਾ, ਲੋਕਾਂ ਦੇ ਸਾਹਮਣੇ ਰੱਖ ਸਕਦਾ। ਲੇਕਿਨ ਜਦੋਂ ਪਾਰਟੀ ਦੇ ਦੋ ਮੋਸਟ ਸੀਨੀਅਰ ਜਿਹੜੇ ਆਗੂ ਨੇ ਇਸ ਤਰੀਕੇ ਦੇ ਨਾਲ ਆਪਣੀ ਗੱਲ ਰੱਖਦੇ ਨੇ, ਫਿਰ ਉਹਨਾਂ ਦੇ ਖਿਲਾਫ ਹੀ ਇਸ ਤਰ੍ਹਾਂ ਦੇ ਨਾਲ ਕਾਂਗਰਸੀ ਵਰਕਰਾਂ ਨੂੰ ਭੇਜ ਦਿੱਤਾ ਜਾਂਦਾ ਕਿ ਜਾਓ ਜੀ, ਅੱਜ ਬਾਜਵਾ ਸਾਹਿਬ ਦੇ ਘਰ ਦੇ ਬਾਹਰ ਪ੍ਰੋਟੈਸਟ ਕਰ ਲਓ, ਧਰਨਾ ਲਾ ਲਓ,
ਤੇ ਅੱਜ ਦੁੱਲੋ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾ ਲਓ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਕਿਸੇ ਖਾਸ ਲੀਡਰ ਦੀ ਸ਼ਾਇਦ ਤੇ ਇਹ ਹੋ ਰਿਹਾ ਜਿਹੜੇ ਧਰਨੇ ਪ੍ਰਦਰਸ਼ਨ ਤੁਹਾਡੇ ਘਰਾਂ ਦੇ ਬਾਹਰ ਹੋ ਰਹੇ? ਜਦੋਂ ਪਹਿਲੇ ਦਿਨ ਮੈਂ ਤਾਂ ਇੱਕ ਉਹਨਾਂ ਨੂੰ ਜਿਹੜੇ ਵੀ ਸੱਜਣ ਆ ਰਹੇ ਨੇ ਉਹਨਾਂ ਨੂੰ ਕਹੀ ਲੈ ਕੇ ਤੁਸੀਂ ਜਦੋਂ ਅਸੀਂ ਘਰ ਹੋਈਏ ਉਦੋਂ ਆਓ ਤਾਂ ਚੰਗੀ ਗੱਲ ਹੋਏਗੀ। ਤੁਹਾਡੇ ਨਾਲ ਡਿਸਕਸ਼ਨ ਵੀ ਹੋ ਜਾਏਗੀ, ਵਿਚਾਰ ਵੀ ਹੋ ਜਾਣਗੇ। ਬਿਲਕੁਲ। ਔਰ ਮੈਂ ਤਾਂ ਇਹਨਾਂ ਨੂੰ ਪੁੱਛਣਾ ਵੀ ਕਿਆ ਪੰਜਾਬ ਦੇ ਵਿੱਚ ਮਾਫੀਆ ਦੇ ਨਾਲ ਹੈ ਜਿਹੜੇ ਧਰਨੇ 'ਚ ਭੇਜੇ ਜਾਂਦੇ ਨੇ ਜੀ, ਇਹ ਭੇਜਣ ਵਾਲੇ ਵੀ ਸਮਗਲਰ ਨੇ। ਕਿਉਂਕਿ ਕਾਫੀ ਸਾਡੇ ਲੀਡਰ ਕਾਫੀ ਜਿਹੜੇ ਨੇ ਇਨਵੋਲਵ ਨੇ। ਬਿਲਕੁਲ। ਔਰ ਖੰਨੇ ਦੇ ਵਿੱਚ ਇੱਕ ਇਲੀਗਲ ਡਿਸਟਿਲਰੀ ਫੜੀ ਗਈ ਹੈ ਜੀ। ਉਹ ਲੋਕਲ ਲੀਡਰਾਂ ਤੋਂ ਦੀ ਸ਼ਹਿਦ ਤੋਂ ਬਿਨਾਂ ਤਾਂ ਚੱਲਦੀ ਨਹੀਂ। ਕਰੋੜਾਂ ਰੁਪਏ ਦਾ ਪਲਾਂਟ ਹੈ। ਬਿਲਕੁਲ। ਗੈਰ ਕਾਨੂੰਨੀ ਹੈ, ਬਿਨਾਂ ਲਾਇਸੈਂਸ ਤੋਂ ਚੱਲਦਾ ਹੈ। 4-5 ਸਾਲਾਂ ਤੋਂ ਉਹ ਡਿਸਟਿਲਰੀ ਚੱਲਦੀ ਹੈ। ਔਰ ਪਿੰਡ ਦੇ ਲੋਕਾਂ ਨੂੰ ਪਤਾ ਵੀ ਇਹ ਜਿਹੜੀ ਸ਼ਰਾਬ ਹੈ ਕਿਹੜੇ ਲੀਡਰ ਦੀ ਹੈ। ਉੱਥੇ ਤਾਂ ਲੀਡਰਾਂ ਦੇ ਨਾਂ ਤੇ ਸ਼ਰਾਬ ਵਿਕਦੀ ਹੈ ਪਿੰਡਾਂ 'ਚ ਜੀ। ਇਸ ਲਈ ਉਹਨਾਂ ਨੂੰ ਮੈਂ ਕਹੂੰਗਾ ਜਿਹੜੇ ਧਰਨੇ ਤੇ ਆਉਂਦੇ ਨੇ ਕੁਝ ਤਾਂ ਆਪੇ ਠੇਕੇਦਾਰ ਨੇ, ਉਹ ਸਰਕਾਰੀ ਲੈਵਲ ਤੇ ਉਹਨਾਂ ਨੇ ਠੇਕੇ ਨੇ, ਪ੍ਰਾਈਵੇਟ ਜਿਹੜੀ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਨੇ ਜੀ। ਉਹਨਾਂ ਨੂੰ ਮੈਂ ਇਹ ਬੇਨਤੀ ਕਰਾਂਗਾ ਤੁਹਾਡੇ ਰਾਹੀਂ ਕਿ ਜਿਹੜੇ ਧਰਨੇ ਦੇਣੇ ਹੈ ਤਾਂ ਤੁਸੀਂ ਜਾ ਕੇ ਮੁੱਖ ਮੰਤਰੀ ਸਾਹਿਬ ਦੀ ਕੋਠੀ 'ਚ ਦਿਓ, ਉਹਦੇ ਸਾਹਮਣੇ ਦਿਓ ਜਿਹਨਾਂ ਦਾ ਆਪਣੇ ਸਮਗਲਰਾਂ ਨੂੰ ਜੀ। ਇਹ ਚੀਫ ਮਿਨਿਸਟਰ ਸਰਕਾਰ, ਕਿਉਂਕਿ ਐਕਸਾਈਜ਼ ਮਿਨਿਸਟਰ ਵੀ ਆਪ ਹੈ, ਹੋਮ ਮਿਨਿਸਟਰ ਵੀ ਹੈ, ਪੁਲਿਸ ਵੀ ਇਹਨਾਂ ਦੇ ਅੰਡਰ ਹੈ। ਜਿਹੜੀ ਸਮਗਲਿੰਗ ਹੋ ਰਹੀ ਹੈ ਸਾਰੇ ਪੰਜਾਬ 'ਚ ਉਹ ਇਹ ਬਿਨਾਂ ਥਾਪੜੇ ਤੋਂ ਤਾਂ ਨਹੀਂ ਹੁੰਦੀ। ਬਿਲਕੁਲ। ਈਵਨ 6 ਡਿਸਟ੍ਰਿਕਟਾਂ ਦਾ ਪਟਿਆਲੇ 'ਚ ਫੜੀਆਂ ਗਈਆਂ ਗੈਰ ਕਾਨੂੰਨੀ। ਔਰ ਜਿਹੜਾ ਪਟਿਆਲੇ ਇਹਨਾਂ ਦਾ ਆਪਣਾ ਹੈ ਤਾਂ ਮਾਲਕ ਸੀਐਮ ਤਾਂ ਸਾਰੇ ਪੰਜਾਬ ਵਿੱਚ ਹੈ, ਪਰ ਇਹਨਾਂ ਦੇ ਘਰ 'ਚ 6 ਫੜੀਆਂ ਨੇ ਨਜਾਇਜ਼। ਔਰ ਉੱਥੋਂ ਰਾਜਸਥਾਨ ਵੀ ਗਈ ਸ਼ਰਾਬ, ਹਿਮਾਚਲ ਵੀ ਗਈ, ਹਰਿਆਣੇ ਵੀ ਗਈ। ਔਰ ਅਸੀਂ ਇਨਕੁਆਇਰੀ ਮੰਗੀ CBI ਜੀ ਔਰ ਹਾਈ ਕੋਰਟ ਦੇ ਜੱਜ ਦੀ। ਜਿਹੜੀ ਹਰਿਆਣਾ ਕਾਂਗਰਸ ਦੀ ਸਾਡੀ ਪ੍ਰਧਾਨ ਹੈ ਸ਼ੈਲਜਾ, ਔਰ ਹਰਿਆਣੇ ਦਾ ਇੱਕ ਲੀਡਰ ਹੈ ਰਣਦੀਪ ਸੁਰਜੇਵਾਲਾ ਜੀ, ਉਹ ਆਲ ਇੰਡੀਆ ਕਾਂਗਰਸ ਦਾ ਵੱਡੇ ਲੀਡਰ ਨੇ। ਹਾਂ ਬਿਲਕੁਲ। ਉਹ ਵੀ ਕਹਿੰਦੇ ਨੇ ਕਿ ਹਾਈ ਕੋਰਟ ਦੇ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ। ਸਾਡੇ ਵਾਲਾ ਪ੍ਰਧਾਨ ਸਮਗਲਰਾਂ ਦੀ ਸਪੋਰਟ ਕਰਦਾ ਹੈ ਜੀ। ਹਰਿਆਣੇ ਦੇ ਕਾਂਗਰਸ ਦੇ ਲੀਡਰ ਵੀ ਕਹਿੰਦੇ ਹੈ ਇਹ ਹਾਈ ਕੋਰਟ ਦੀ ਜੱਜ ਜਾਂ CBI ਤੋਂ ਇਨਕੁਆਇਰੀ ਹੋਵੇ। ਇਸ ਲਈ ਇਹ ਜਿਹੜੇ ਸਾਡੇ ਘਰਾਂ ਦੇ ਵਿੱਚ ਬੰਦੇ ਭੇਜੇ ਜਾਂਦੇ ਨੇ ਇਹ ਆਮ ਕਾਂਗਰਸ ਹੀ ਨਹੀਂ ਹੈ। ਇਹ ਤਾਂ ਕੋਈ ਇਹਨਾਂ ਦੇ ਠੇਕਿਆਂ ਦੇ ਕਰਿੰਦੇ ਨੇ ਜਾਂ ਜਿਹੜੇ ਲੀਡਰ ਆਪ ਸ਼ਰਾਬ ਦਾ ਧੰਦਾ ਕਰਦੇ ਜੀ। ਜਾਂ ਮੈਨੂੰ ਲੱਗਦਾ ਵੀ ਇਹ ਹੋ ਸਕਦਾ ਜਿਹੜੇ ਪੰਜਾਬ ਦੇ ਮਾਫੀਆ ਨੂੰ ਸ਼ੈਲਟਰ ਦਿੰਦੇ ਨੇ ਉਹ ਸਾਡੇ ਘਰ ਭੇਜਦੇ। ਔਰ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਧਰਨੇ ਦੇਣੇ ਆ ਤਾਂ ਜਾ ਕੇ ਇਹ ਆਪਣੇ ਜਿਹੜਾ ਇਹ ਨੈਟ ਤੇ ਚਲਾ ਰਿਹਾ ਮਾਫੀਆ ਦੀ ਸਪੋਰਟ ਕਰਦਾ ਉਹਦੇ ਘਰ ਉਹਦੀ ਠੀਕ ਹੈ ਜਾ ਕੇ ਉਹ ਸਾਰਾ ਕੋਠੀ ਜਾਣ ਉੱਥੇ ਕੱਲ। ਠੀਕ ਹੈ। ਦੁੱਲੋ ਸਾਹਿਬ, ਤੁਹਾਡੀ ਪਾਰਟੀ ਦੇ ਪ੍ਰਧਾਨ ਸਾਹਿਬ ਕਹਿੰਦੇ ਨੇ ਕਿ ਅਨੁਸ਼ਾਸਨ 'ਚ ਰਹਿਣਾ ਚਾਹੀਦਾ, ਕਿ ਅਨੁਸ਼ਾਸਨ ਭੰਗ ਨਹੀਂ ਕਰਨਾ ਚਾਹੀਦਾ। ਇਸ ਤਰੀਕੇ ਦੇ ਨਾਲ ਹੁਣ ਜਦੋਂ ਤੁਹਾਡੇ ਤੇ ਬਾਜਵਾ ਸਾਹਿਬ ਦੇ ਘਰਾਂ ਦੇ ਬਾਹਰ ਕਾਂਗਰਸੀ ਵਰਕਰ ਹੀ ਧਰਨਾ ਲਾ ਰਹੇ ਨੇ ਤੇ ਫਿਰ ਕੀ ਇਹ ਅਨੁਸ਼ਾਸਨ ਦੀ ਗੱਲ ਹੈ ਕਿ ਵੱਡੇ ਲੀਡਰਾਂ ਦੇ ਖਿਲਾਫ ਜੇਕਰ ਉਹ ਕੋਈ ਗੱਲ ਰੱਖਦੇ ਆ ਤੇ ਫਿਰ ਉਹਨਾਂ ਦੇ ਘਰਾਂ ਦੇ ਬਾਹਰ ਧਰਨਾ ਲਗਾ ਦਿੱਤਾ ਜਾਵੇ? ਸਵਾਲ ਮੇਰਾ ਸੁਣ ਲਿਓ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਜਿਸ ਤਰੀਕੇ ਦੇ ਨਾਲ ਕਾਂਗਰਸੀ ਵਰਕਰ ਇਹ ਪ੍ਰੋਟੈਸਟ ਕਰ ਰਹੇ ਨੇ ਕਿ ਇਹਨਾਂ ਨੂੰ ਕੋਈ ਤਾੜਨਾ ਕੀਤੀ ਜਾਵੇ? ਦੇਖੋ ਪ੍ਰਧਾਨ ਜਿਹੜਾ ਸਾਡਾ ਕਾਂਗਰਸ ਦਾ ਜਿਹੜੀ ਅਸੀਂ ਆਵਾਜ਼ ਉਠਾਈ ਹੈ ਜੀ ਮਾਫੀਆ ਦੇ ਖਿਲਾਫ, ਮੈਂ ਔਰ ਬਾਜਵਾ ਸਾਹਿਬ ਨੇ, ਉਹ ਕੰਮ ਕਰਨਾ ਚਾਹੀਦਾ ਸੀ ਸੁਨੀਲ ਜਾਖੜ ਨੂੰ ਜੀ। ਠੀਕ ਹੈ। ਸੁਨੀਲ ਜਾਖੜ ਨੇ ਨਾ ਤਾਂ ਕਾਂਗਰਸ 'ਚ ਜੇਲ੍ਹ ਕੱਟੀ ਹੈ ਜੀ, ਨਾ ਉਹਨੇ ਕਦੇ ਥੱਲੇ MLA ਦਾ ਸਰਪੰਚ ਬਣਿਆ ਹੈ, ਨਾ ਕਦੇ ਬਲਾਕ ਸੰਮਤੀ 'ਚ ਆਇਆ ਹੈ। ਉਹ ਤਾਂ ਬਰਾਮ ਦਾ ਪੁੱਤ ਹੈ, ਉਹ ਸੈਂਟਰ ਦਾ ਵਜ਼ੀਰ ਸੀ, ਬਿਲਕੁਲ ਸਪੀਕਰ ਸੀ। ਉਹਦੀ ਪਿਓ ਦੀ ਵਿਰਾਸਤ ਉਹਨੂੰ ਮਿਲ ਗਈ। ਠੀਕ ਹੈ ਜੀ। ਉਸ ਕਰਕੇ ਨਾ ਤਾਂ ਇਹਨੂੰ ਕਲਚਰ ਦਾ ਪਤਾ ਹੈ, ਨਾ ਇਹਨੂੰ ਪਤਾ ਵੀ ਕਾਂਗਰਸ ਦਾ ਕਲਚਰ ਕੀ ਹੈ। ਜਿਹੜਾ ਕੰਮ ਸੁਨੀਲ ਨੂੰ ਇਹਦਾ ਸਮਗਲਰਾਂ ਨਾਲ ਮਿਲ ਗਿਆ ਜੀ। ਜਾਂ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਕਿਹੜੀ ਚੋਰੀ ਖੜਾਤੀ, ਉਹਦਾ ਹੁਣ ਉਹ ਸਮਗਲਰਾਂ ਦਾ ਤੋਤਾ ਬਣ ਕੇ ਕੰਮ ਕਰਦਾ। 2 ਸਾਲ ਇਹ ਤੋਂ ਕਾਂਗਰਸ ਦਫ਼ਤਰ ਨਹੀਂ ਬਣਿਆ, ਤਾਂ ਬੋਲਦੇ ਨੇ ਦਫ਼ਤਰ 'ਚ, ਕਦੇ ਜ਼ਿਲ੍ਹੇ ਦੀ ਨਹੀਂ ਮੀਟਿੰਗ। ਔਰ ਇਹ ਸੋਨੀਆ ਗਾਂਧੀ ਨੇ ਕਾਂਗਰਸ ਦੀ ਬੌਡੀ ਉਹ ਭੰਗ ਕਰਤੀ ਸਾਡੀ ਜਨਵਰੀ 'ਚ। ਇਹ ਤਾਂ ਕੇਅਰ ਟੇਕਰ ਹੈ।
ਜੀ ਜਿਹੜਾ ਇਹ ਕੰਮ ਇਹਨੂੰ ਕਰਨਾ ਚਾਹੀਦੀ। ਜੀ 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 ਸੁਨੀਲ ਜਾਖੜ ਪੰਜਾਬ ਤੋਂ ਸਮਗਰੀ ਦੇ ਹੱਕ 'ਚ ਹੈ। ਮੈਂ ਇਹ ਪੁੱਛਣਾ ਚਾਹੁੰਦਾ ਹਾਂ। ਠੀਕ ਹੈ। ਅੱਛਾ ਦੁੱਲੋਂ ਸਾਹਿਬ ਦੇਖੋ, ਇਹ 'ਚ ਕੋਈ ਸ਼ੱਕ ਨਹੀਂ ਕਿ ਸ਼ਮਸ਼ੇਰ ਸਿੰਘ ਦੁੱਲੋਂ ਤੇ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਦੇ ਵਿੱਚ ਕਾਂਗਰਸ ਦੇ ਇੱਕ ਮੰਨੇ ਥੰਮ ਨੇ, ਤੇ ਕੀ ਇਹ ਜ਼ਰੂਰੀ ਨਹੀਂ ਬਣ ਜਾਂਦਾ ਕਿ ਜਿਸ ਤਰ੍ਹਾਂ ਤੁਸੀਂ ਗੱਲਬਾਤ ਕਰਦੇ ਹੋ, ਮੀਡੀਆ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਜਾਂ ਵੈਸੇ ਵੀ ਤੁਸੀਂ ਆਪਣੀ ਆਵਾਜ਼ ਚੱਕਦੇ ਹੋ, ਹਾਈ ਕਮਾਂਡ ਦੇ ਕੋਲ ਤੁਸੀਂ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੁੱਲੋਂ ਸਾਹਿਬ ਕਿ ਜੋ ਕੁਝ ਹੋ ਰਿਹਾ ਇੱਕ ਪੰਜਾਬ ਦੇ ਕਾਂਗਰਸ ਦੀ ਜਿਹੜੀ ਰਿਪੋਰਟ ਹੈ ਉਹ ਤੁਸੀਂ ਦੋਨੋਂ ਆਗੂ ਬਣਾ ਕੇ ਉਹ ਹਾਈ ਕਮਾਂਡ ਨੂੰ ਦੇ ਦਿਓ ਤੇ ਫਿਰ ਫੈਸਲਾ ਜਿਹੜਾ ਹਾਈ ਕਮਾਂਡ ਤੇ ਛੱਡ ਦਿੱਤਾ ਜਾਵੇ? ਕਾਹੇ ਬਗਾਏ ਉਹ ਜਿਹੜਾ ਜੋ 17 ਤੋਂ ਮੈਂ ਲਿਖਦਾ ਹੋਣਾ ਜੀ, ਔਰ ਮੀਟਿੰਗਾਂ 'ਚ ਵੀ ਜਦੋਂ ਵੀ ਕੈਪਟਨ ਸਾਹਿਬ ਮੀਟਿੰਗ ਬੁਲਾਉਂਦੇ ਨੇ ਮੈਂ ਕਹਿੰਦੇ ਆ। ਔਰ 19 ਜਨਵਰੀ ਨੂੰ ਵੀ ਮੀਟਿੰਗ ਹੋਈ ਐਮਪੀਆਂ ਦੀ, ਉੱਥੇ ਵੀ ਪੰਜਾਬ ਭਵਨ 'ਚ ਲਿਖਤੀ ਤੌਰ ਤੇ ਦਿੱਤਾ, ਮਾਫੀਏ ਦੇ ਖਿਲਾਫ ਗੱਲਾਂ ਕੀਤੀਆਂ। ਜੀ ਜੀ ਹੁਣ ਮੁੱਖ ਮੰਤਰੀ ਤਾਂ ਸਾਨੂੰ ਇਹ ਕਹਿੰਦਾ ਵੀ ਮੈਂ ਤਾਂ ਇਹਨਾਂ ਦੀਆਂ ਨਾ ਚਿੱਠੀਆਂ ਪੜ੍ਹਦਾ, ਨਾ ਇਹਨਾਂ ਨੂੰ ਮੈਂ ਇਹਨਾਂ ਦੀ ਕੋਈ ਸਲਾਹ ਮੰਨਦਾ, ਨਾ ਇਹ ਮੈਂ ਰੈਕਗਨਾਈਜ਼ ਹੀ ਨਹੀਂ ਕਰਦਾ ਜੀ। ਔਰ ਦਿੱਲੀ ਹਾਈ ਕਮਾਂਡ ਨੂੰ ਵੀ ਅਸੀਂ ਕਿਹਾ ਹੋਇਆ ਹੈ। ਔਰ ਪਿੱਛੇ 30 ਜੁਲਾਈ ਨੂੰ ਮੀਟਿੰਗ ਹੋਈ ਹੈ ਸੋਨੀਆ ਗਾਂਧੀ ਨਾਲ ਵੀਡੀਓ ਕਾਨਫਰੰਸ ਦੇ ਤੌਰ ਤੇ ਜੀ, ਰਾਜ ਸਭਾ ਦੇ ਐਮਪੀਆਂ ਦੀ, ਉੱਥੇ ਵੀ ਪੰਜਾਬ ਦੀਆਂ ਇਹ ਸਾਰੀਆਂ ਗੱਲਾਂ ਉਹਦੇ ਨੋਟਿਸ ਤੇ ਲਿਆਂਦੀਆਂ ਜੀ। ਔਰ ਮੈਨੂੰ ਲੱਗਦਾ ਕਿ ਇਹ ਜਿਸ ਤਰ੍ਹਾਂ ਦਾ ਪੰਜਾਬ ਤੇ ਮੁੱਖ ਮੰਤਰੀ ਤੇ ਤੌਰ ਤੇ ਹੀ ਇਹ ਕੰਮ ਕਰਦੇ, ਲੋਕਾਂ ਦੇ ਡੈਮੋਕ੍ਰੈਟਿਕ ਤੌਰ ਤੇ ਕੰਮ ਨਹੀਂ ਕਰ ਰਹੇ ਜੀ। ਇਹ ਤਾਂ ਇੱਕ ਡਿਕਟੇਟਰ ਦੇ ਤੌਰ ਤੇ, ਕੰਪਿਊਟਰ ਦੇ ਤੌਰ ਤੇ ਪੰਜਾਬ ਦੇ ਵਿੱਚ ਕੰਮ ਕਰ ਰਿਹਾ। ਤਾਂ ਕਿ ਖੁੱਲੀ ਛੁੱਟੀ ਹੈ ਜੀ, ਹੈ ਜੀ। ਡਾਕਟਰ ਵੀ ਘੁੰਮ ਰਹੇ ਨੇ, ਲੁੱਟਾ ਖੋਆ ਵੀ ਹੋ ਰਹੀਆਂ, ਡਰੱਗ ਵੀ ਵਿਕ ਰਹੀ ਹੈ, ਸ਼ਰਾਬ ਵੀ ਵਿਕ ਰਹੀ ਹੈ। ਅੱਜ 2 ਬੰਦੇ ਹੋਰ ਮਰ ਗਏ ਜੀ, 130 ਬੰਦੇ ਮਰ ਗਏ ਜ਼ਹਿਰੀਲੀ ਸ਼ਰਾਬ ਪੀ ਕੇ ਜੀ। ਔਰ 250 ਬੰਦਾ ਹਸਪਤਾਲ 'ਚ ਪਿਆ, ਘਰਾਂ 'ਚ ਪਿਆ, ਉਹ ਮਰਿਆ ਵਰਗੀ ਨੇ ਜੀ। ਕਈ ਬੰਦੇ ਅੰਨੇ ਹੋ ਗਏ। ਇਹਨਾਂ ਦੇ ਜ਼ਿੰਮੇਵਾਰ ਕੌਣ ਹੈ? ਸਰਕਾਰ ਦੇਖੋ ਸੁੱਤੀ ਪਈ ਹੈ ਜੀ। ਮੁੱਖ ਮੰਤਰੀ ਕਹਿੰਦਾ ਇਹ ਕਤਲ ਨੇ, ਜੇ ਕਤਲ ਨੇ ਤਾਂ ਉਸ ਏਰੀਏ ਦੇ ਲੀਡਰ, ਉਸ ਏਰੀਏ ਦੇ ਸਮਗਲਰ, ਉਸ ਏਰੀਏ ਦਾ SHO, DSP, SSP, ਉਹਦੇ ਤੇ ਵੀ ਮਰਡਰ ਦੇ ਕੇਸ ਹੋਣੇ ਚਾਹੀਦੇ ਆ ਜੀ। ਮੈਂ ਤਾਂ ਇਹ ਕਹੂੰਗਾ ਸੀਐਮ ਸਾਹਿਬ ਬਿਲਕੁਲ ਵੀ ਪਤਾ ਨਹੀਂ ਕੀ ਮਜਬੂਰੀ ਹੈ। ਕਾਲਾ ਕਾਲਾ ਲੱਗਦਾ ਸਾਨੂੰ ਜੀ, ਮੰਤਰੀ ਜਿਹੜਾ ਕੋਈ ਐਕਸ਼ਨ ਨਹੀਂ ਲੈ ਰਿਹਾ ਜੀ। ਠੀਕ ਹੈ ਦੁੱਲੋਂ ਸਾਹਿਬ, ਆਖਰੀ ਸਵਾਲ ਤੌਰ ਤੇ ਨਹੀਂ ਕੰਮ ਕਰਦੇ, ਠੀਕ ਹੈ, ਡਿਕਟੇਟਰ ਦੇ ਤੌਰ ਤੇ ਕੰਮ ਕਰਦੇ। ਠੀਕ ਹੈ ਜੀ, ਲੋਕ ਰਾਜ ਨਹੀਂ ਹੈ। ਠੀਕ ਹੈ, ਡਿਕਟੇਟਰਸ਼ਿਪ ਕਹਿ ਰਹੇ ਹੋ ਤੁਸੀਂ ਕਿ ਚੱਲ ਰਹੀ ਹੈ ਪੰਜਾਬ ਕਾਂਗਰਸ। ਦੇਖੋ ਜੇ ਮੁੱਖ ਮੰਤਰੀ ਲੋਕ ਰਾਜ ਹੋਏ ਤਾਂ ਹਫ਼ਤੇ 'ਚ ਲੋਕਾਂ ਨੂੰ ਮਿਲਿਆ ਕਰੇ, MLA ਨੂੰ ਮਿਲਿਆ ਕਰੇ, ਉਹਨਾਂ ਨੂੰ ਦਰਬਾਰ ਆਪਣਾ ਦਰਬਾਰ ਲੋਕਾਂ ਨੂੰ ਰੋਜ਼ ਮਿਲੇ ਆਪਣੀ ਕੌਮੀ 'ਚ, ਸਰਕਾਰੀ ਕੌਮੀ 'ਚ ਨਹੀਂ ਰਹਿੰਦੇ ਜੀ। ਠੀਕ ਹੈ, ਸਰਕਾਰੀ ਕੌਮੀ 'ਚ ਨਹੀਂ ਰਹਿੰਦੇ, ਸੈਕਟਰੀ ਸਕਦੇ ਬੜੇ। ਬਿਲਕੁਲ ਬਿਲਕੁਲ, ਇਹ ਤਾਂ ਦੁੱਲੋਂ ਸਾਹਿਬ ਸਵਾਲ ਬਾਰ-ਬਾਰ ਮੁੱਖ ਮੰਤਰੀ ਤੇ ਉੱਠ ਰਹੇ ਨੇ ਕਿ ਜਿਸ ਤਰੀਕੇ ਨਾਲ ਕੰਮ ਹੋ ਰਿਹਾ, ਕਰੋਨਾ ਦਾ ਗੱਲਬਾਤ ਕਹਿ ਕੇ ਮੁੱਖ ਮੰਤਰੀ ਸਾਹਿਬ ਘਰ ਤੋਂ ਹੀ ਸਰਕਾਰ ਚਲਾ ਰਹੇ ਨੇ। ਦੁੱਲੋਂ ਸਾਹਿਬ, ਆਖਰੀ ਮੇਰਾ ਸਵਾਲ ਹੈ ਤੁਹਾਨੂੰ ਕਿ 2022 ਦੀਆਂ ਇਲੈਕਸ਼ਨ ਨੂੰ ਕੋਈ ਬਾਹਲਾ ਟਾਈਮ ਹੁਣ ਨਹੀਂ ਰਿਹਾ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਕਾਂਗਰਸ ਦੀ ਜਿਹੜੀ ਕਮਾਨ ਹੈ, ਕੀ ਇਸ ਦੀ ਪ੍ਰਧਾਨਗੀ ਕਿਸੇ ਹੋਰ ਹੱਥ ਦੇ ਵਿੱਚ, ਹੋਰ ਚੰਗੇ ਲੀਡਰ ਦੇ ਵਿੱਚ ਦੇਣੀ ਚਾਹੀਦੀ ਆ, ਜਾਂ ਤੁਸੀਂ ਸਮਝਦੇ ਹੋ ਕਿ ਜਿਹੜੀ ਪ੍ਰਧਾਨਗੀ ਇਸ ਸਮੇਂ ਹੁਣ ਚੱਲ ਰਹੀ ਹੈ ਉਹ ਠੀਕ ਹੈ, ਉਹ 2022 ਦੇ ਲਈ ਵੀ ਉਹ ਠੀਕ ਹੈ, ਜਾਂ ਤੁਸੀਂ ਮੰਨਦੇ ਹੋ ਕਿ ਨਵਜੋਤ ਸਿੰਘ ਸਿੱਧੂ ਵਰਗਾ ਲੀਡਰ ਵੀ ਆਉਣਾ ਚਾਹੀਦਾ? ਗੱਲ ਇਹ ਹੈ ਜੀ, ਜਿੱਥੋਂ ਤੱਕ ਕਰੋਨਾ ਦਾ ਸਵਾਲ ਹੈ, ਕਰੋਨਾ ਤਾਂ ਮਾਰਚ 'ਚ ਹੋਇਆ ਹੈ ਜੀ। ਮੁੱਖ ਮੰਤਰੀ ਸਾਹਿਬ ਤਾਂ ਜਦ ਤੋਂ ਮੁੱਖ ਮੰਤਰੀ ਬਣੇ ਨੇ 17 ਤੋਂ ਤਾਂ ਨਿਕਲਦੇ ਹੀ ਨੇ। ਬਿਲਕੁਲ ਹੈ ਜੀ ਜੀ। ਇਹ ਤਾਂ ਮੰਨ ਲਓ ਗੱਡੀ ਅਸੀਂ ਰੂੜਾ ਪਾਇਆ ਤਾਂ ਇਹ ਉੱਤੇ ਜਾ ਵੜੇ ਜੀ, 10 ਮਿੰਟ ਲਈ ਗਏ ਨੇ ਤਰਨ ਹੈ ਜੀ ਜੀ। ਔਰ ਪੰਜਾਬ ਦੇ ਵਿੱਚ ਜਿੱਥੇ ਤੱਕ ਸਵਾਲ ਇਹ ਹੈ, ਇਹ ਤਾਂ ਨਵਜੋਤ ਸਿੰਘ ਸਿੱਧੂ ਹੀ ਦੱਸੂਗਾ ਵੀ ਉਹ ਲੀਡਰ ਹੈ ਕੀ ਹੈ, ਉਹ ਤਾਂ ਉਹਦੇ ਬਾਰੇ ਉਹੀ ਦੱਸ ਸਕਦਾ ਹੈ, ਕਿਉਂਕਿ ਪੰਜਾਬ ਦਾ ਅਸੀਂ ਜਿਹੜੇ ਡਿਫੈਕਟਰ ਆਏ ਨੇ, ਅੱਧੀ ਕੈਬਨਿਟ ਦਾ ਡਿਫੈਕਟਰ ਆਉਂਦੀ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਕਾਂਗਰਸੀ ਸੀਨੀਅਰ ਕਾਂਗਰਸ ਹੋਵੇ, ਕਾਂਗਰਸ ਦੇ ਵਿੱਚ ਜਿਹਦੇ ਜੇਲ੍ਹਾਂ ਵੀ ਕੱਟੀਆਂ ਹੋਣ, ਕਾਂਗਰਸ 'ਚ ਮਾੜੇ ਸਮੇਂ 'ਚ ਹਿੱਸਾ ਲਿਆ ਹੋਵੇ ਜੀ। ਅਸੀਂ ਕਦੇ ਵੀ ਇਹ ਹੱਕ 'ਚ ਨਹੀਂ ਹੋਵਾਂਗੇ ਕਿ ਦੂਜੀਆਂ ਪਾਰਟੀਆਂ 'ਚੋਂ ਲਿਆ ਕੇ, ਕਿਉਂਕਿ ਆਹ ਜਿਹੜਾ
ਸਾਡੇ ਤੇ ਮੁੱਖ ਮੰਤਰੀ ਥੋਪਿਆ ਹੋਇਆ ਜੀ ਦੂਜੀਆਂ ਪਾਰਟੀ ਨੇ ਚੁਣ ਲਿਆਂਦਾ ਜੀ। ਅੱਜ ਪਛਤਾ ਰਹੀ ਹੈ ਸਾਡੀ ਹਾਈ ਕਮਾਂਡ। ਅਸੀਂ ਕਿਉਂਕਿ ਕੁਰਬਾਨੀਆਂ ਤਾਂ ਪਾਰਟੀ ਤੇ ਲੜਾਈ ਤਾਂ ਅਸੀਂ ਲੜੀ ਹੈ, ਬਿਲਕੁਲ ਅਸੀਂ ਲੋਕਾਂ ਨੇ ਕੁਰਬਾਨੀਆਂ ਜਣੀ ਦੁੱਲੋ ਸਾਹਿਬ ਅਸੀਂ ਮੰਨ ਲਈਏ ਕਿ ਦੁੱਲੋ ਸਾਹਿਬ ਚਾਹੁੰਦੇ ਨੇ ਕਿ ਪ੍ਰਧਾਨਗੀ ਚੇਂਜ ਹੋਣੀ ਚਾਹੀਦੀ ਆ। ਹੁਣ ਜਾਖੜ ਸਾਹਿਬ ਨੂੰ ਬਹੁਤ ਦੇਖ ਲਿਆ ਪਾਰਟੀ ਦੇ 22 ਚ ਆਉਣਾ ਹੈ। ਦੇਖੋ 17 ਤੋਂ ਪਹਿਲਾਂ ਅਕਾਲੀ ਬਦਨਾਮ ਹੋ ਗਏ ਸੀ। ਅਸੀਂ ਅਕਾਲੀਆਂ ਨੂੰ ਮਾਫੀਆ ਕਹਿੰਦੇ ਸੀ ਜੀ। ਅਸੀਂ ਪਿੰਡ ਗੁੜਕਾ ਚੱਕ ਕੇ ਸਹੁੰ ਵੀ ਖਾਧੀ ਸੀ ਮੁੱਖ ਮੰਤਰੀ ਦੇ ਹੈ ਜੀ। ਜੀ ਜੀ ਇੱਥੇ ਤਾਂ ਸੌਹਾਂ ਦਾ ਵੀ ਅਸਰ ਨਹੀਂ ਹੁੰਦਾ। ਲੋਕਾਂ ਨਾਲ ਧੋਖਾ ਹੈ ਮੈਂ ਸਮਝੂਗਾ। ਔਰ ਜਿਹੜਾ ਮੈਨੀਫੈਸਟੋ ਹੈ ਉਹਦੇ ਨਾਲ ਸਾਡੇ ਖਿਲਵਾੜ ਹੋ ਰਿਹਾ। ਲੋਕ ਵਿਸ਼ਵਾਸ ਨਹੀਂ ਕਰਨਗੇ। ਇਹ ਜਿਹੜੀ ਕਾਠ ਦੀ ਆਂਡੀ ਇੱਕ ਦੋ ਦਫਾ ਚੜ੍ਹਦੀ ਹੈ, ਮੁੜ ਕੇ ਨਹੀਂ ਚੜ੍ਹਦੀ ਹੁੰਦੀ ਜੀ। ਇਸ ਲਈ ਅਸੀਂ ਕਹਾਂਗੇ ਜੇ ਪੰਜਾਬ 'ਚ ਕਾਂਗਰਸ ਸਰਵਾਈਵ ਕਰਨੀ ਹੈ ਤਾਂ ਜਿਹੜੇ ਗ੍ਰਾਸ ਰੂਟ ਲੈਵਲ ਤੇ ਪੁਰਾਣੇ ਕਾਂਗਰਸੀਆਂ ਚੋਂ ਕਿਸੇ ਨੂੰ ਵੀ ਬਣਾ ਸਕਦੇ। ਬਿਲਕੁਲ ਠੀਕ ਹੈ, ਮਾੜੇ ਦਿਨਾਂ 'ਚ ਕੰਮ ਕੀਤਾ ਜੀ। ਜੀ ਜੀ ਠੀਕ ਹੈ ਜੀ। ਦੁੱਲੋ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਡੇ ਪੂਰੀ ਟੀਮ ਦੇ ਵੱਲੋਂ। ਸੋ ਸ਼ਮਸ਼ੇਰ ਸਿੰਘ ਦੁੱਲੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਸਾਡੇ ਨਾਲ ਜੁੜੇ ਸੀ। ਜਿਸ ਤਰੀਕੇ ਦੇ ਨਾਲ ਉਹ ਗੱਲਬਾਤ ਕਰਕੇ ਗਏ ਨੇ, ਜ਼ਰੂਰੀ ਸਮਝਿਆ ਕਿ ਜੇਕਰ 2022 ਦੇ ਵਿੱਚ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਜਿਉਂਦਾ ਰੱਖਣਾ ਤਾਂ ਕੁਝ ਜਿਹੜੇ ਅਹੁਦੇ ਨੇ ਉਹਨਾਂ ਨੂੰ ਤਬਦੀਲ ਕਰਨਾ ਪਊਗਾ। ਜਿਹੜੀਆਂ ਕੁਰਸੀਆਂ ਤੇ ਜਿਹੜੇ ਆਗੂ ਬੈਠੇ ਨੇ ਉਹਨਾਂ ਕੁਰਸੀਆਂ ਤੇ ਕੁਝ ਹੋਰ ਯੋਗ ਤੇ ਪੁਰਾਣੇ ਆਗੂਆਂ ਨੂੰ ਬਿਠਾਉਣਾ ਚਾਹੀਦਾ। ਹਾਈ ਕਮਾਨ ਨੂੰ ਮੰਗ ਵੀ ਇਹ ਆਗੂ ਕਰਨਗੇ। ਸੋ ਇਸ ਮੌਕੇ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੀ ਸਾਡੇ ਕਾਲਰ ਨੇ। ਸਵਾਗਤ ਹੈ ਸਰ। ਹਾਂ ਸਤਿ ਸ਼੍ਰੀ ਅਕਾਲ ਜੀ ਸੇਖੋ ਸਾਹਿਬ। ਰਾਵਿੰਦਰ ਸਿੰਘ ਜੀ ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸੇਖੋ ਸਾਹਿਬ। ਹਾਂਜੀ ਬੇਨਤੀ ਹੈ ਕਿ ਦੋ ਤਿੰਨ ਗੱਲਾਂ ਕੀਤੀਆਂ ਸੀਗੀਆਂ। ਇੱਕ ਤਾਂ ਕੀਤੀ ਹੈ ਅਕਾਲੀਆਂ ਦੀ ਵੀ ਅਕਾਲੀ ਲੋਕਾਂ ਦਾ ਸਾਥ ਨਹੀਂ ਦੇ ਰਹੇ ਜੀ। ਇਹ ਜੀ ਅਕਾਲੀਆਂ ਦੀ ਗੱਲ ਤਾਂ ਇਹ ਹੈ ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਸੀ ਤਾਂ ਹੀ, ਕਿਉਂਕਿ ਮੀਡੀਆ ਬਹੁਤ ਘੱਟ ਸੀ। ਇਹ ਗੱਲਾਂ ਹੋਰ ਕਰਨੇ ਨਾਲੇ ਪਟਾਈ ਜਾਣੀ, ਨਾਲੇ ਲੋਕਾਂ ਦੀਆਂ ਛਾਵਾਂ ਤੇ ਲਈ ਜਾਣੀਆਂ, ਨਾਲੇ ਮੂਰਤੀ ਲਾਈ ਜਾਣੇ। ਇਹ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਕੀ ਆ, ਕੌਣ ਕਿੱਥੇ ਆ। ਇਸ ਕਰਕੇ ਇਹਨਾਂ ਤੋਂ ਤਾਂ ਆਲ ਰੱਖਣ ਦੀ ਲੋੜ ਹੀ ਕੋਈ ਨਹੀਂ ਜੀ। ਤੇ ਜਿਹੜਾ ਹੈਗਾ ਕੈਪਟਨ ਨੇ ਵੀ ਸਾਰਾ ਚਮਤਕਾਰਾ ਵਿਖਾਤਾ। ਨਹਿਰ ਵਾਲੇ ਪਿਛਲੇ ਸਮੇਂ 'ਚ ਨਹਿਰ ਵਾਲੇ ਮਤਾ ਪਾ ਕੇ ਆਪਦੀ ਸ਼ਾਬਾਸ਼ੀ ਬਣਾਈ ਸੀਗੀ। ਲੋਕਾਂ ਨੂੰ ਕਹਿੰਦੇ ਚੰਗਾ, ਬੋਲਦਾ ਵੀ ਚੰਗਾ ਸੀ। ਬਾਦਲਾਂ ਨੂੰ ਵੀ ਮਾੜਾ ਮੋਟਾ ਖਿੱਚ ਖਿਚਾਈ ਕੀਤੀ ਸੀ, ਪਰ ਉਹ ਵੀ ਹੁਣ ਜਾਨੀ -0 ਹੋ ਗਿਆ। ਤੇ ਦੁੱਲੋ ਸਾਹਿਬ ਦੀ ਗੱਲ ਮੈਂ ਆਪਣੀ ਸੁਣੀ ਹੈ, ਵਾਹਵਾ ਚਿਰ ਲਾਇਆ, ਸਵਾਲ ਜਵਾਬ ਵੀ ਕੀਤੇ ਆ ਜੀ। ਉਹਨਾਂ ਦਾ ਆਈਡੀਆ ਇਹ ਹੈ ਵੀ ਇਹਨੂੰ ਲਾ ਕੇ ਸਾਨੂੰ ਬਣਾ ਲਿਓ। ਪੁਰਾਣੇ ਕੌਣ ਆ? ਪੁਰਾਣੇ ਆਪ ਹੀ ਆ। ਉਹ ਪੁਰਾਣੇ ਦੋ ਤਿੰਨ ਬੰਦੇ ਚਾਹੁਣ ਦੀ ਗੱਲ ਕਰਦੇ ਆ, ਪੁਰਾਣਿਆਂ ਨੂੰ ਬਣਾ ਦਿਓ। ਬਿਲਕੁਲ ਸਿੱਧੂ ਸਾਹਿਬ ਦੀ ਗੱਲ ਕੀਤੀ, ਉਹਨੇ ਕੋਈ ਉਹਨੂੰ ਸ਼੍ਰੇਣੀ ਨੈਗਟ ਕਰਤਾ ਵੀ ਨਹੀਂ, ਇਹੀ ਬਦਲੇ ਨਵੇਂ ਆ। ਇਹੀ ਤਾਂ ਗੱਲ ਹੈ ਜੀ, ਤਾਂ ਹੀ ਤਾਂ ਫਿਰ ਪਾਰਟੀਆਂ ਅੱਗੇ ਨਹੀਂ ਜਾਂਦੀਆਂ ਨਾ। ਹਰ ਇੱਕ ਬੰਦਾ ਆਪਣੀ ਸੋਚਦਾ ਕਿ ਕੁਰਸੀ ਮੈਨੂੰ ਮਿਲ ਜੇ। ਬਸ ਇਹੀ ਗੱਲ ਹੈ ਜੀ। ਇਹਦਾ ਪੰਜਾਬ ਦਾ ਨਾ ਬਾਹਰ ਬੈਠੇ ਬੰਦੇ ਦਾ ਜਿਹੜੀਆਂ ਪਾਰਕਾਂ ਚ ਜਦੋਂ ਬੇਰੀਆਂ ਤੋੜਦੇ ਆ, ਇਹੀ ਰੋਣਾ ਰੋਈ ਜਾਂਦੇ ਆ ਵੀ ਪੰਜਾਬ ਦਾ ਬਣੂਗੀ। ਬਸ ਇਹੀ ਗੱਲ ਹੈ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ ਸੇਖੋ ਸਾਹਿਬ। ਬਿਲਕੁਲ ਠੀਕ ਹੈ ਜੀ, ਜਿਹੜੀ ਤੁਸੀਂ ਦੁੱਲੋ ਸਾਹਿਬ ਦੀ ਗੱਲ ਨੋਟ ਕੀਤੀ ਆ ਬਿਲਕੁਲ ਸਹੀ ਆ ਕਿ ਪੁਰਾਣੇ ਕਾਂਗਰਸੀ ਆਗੂ ਤੇ ਕਾਂਗਰਸੀ ਆਗੂ ਪੁਰਾਣੇ ਫਿਰ ਉਹੀ ਨੇ, ਜਾਂ ਬਾਜਵਾ ਸਾਹਿਬ ਨੇ ਜਾਂ ਫਿਰ ਦੁੱਲੋ ਸਾਹਿਬ ਨੇ। ਤੇ ਜਿਹੜੇ ਬਾਕੀ ਦੇ ਪੁਰਾਣੇ ਕਾਂਗਰਸੀ ਆਗੂ ਨੇ ਤੇ ਉਹ ਤਾਂ ਫਿਰ ਪਹਿਲਾਂ ਤੋਂ ਹੀ ਚੰਗੇ ਅਹੁਦਿਆਂ ਤੇ ਨੇ। ਸੋ ਇੱਕ ਹੋਰ ਕਾਲਰ ਨੇ ਜੀ ਸਾਡੇ ਨਾਲ। ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਜੀ, ਰਾਮ ਸ਼ਰਮਾ ਬੇਨਤੀ ਕਰ ਲੱਗਾ ਜੀ। ਸਤਿ ਸ਼੍ਰੀ ਅਕਾਲ ਜੀ, ਰਾਮ ਸ਼ਰਮਾ ਜੀ। ਰਾਮ ਜੀ ਜੀ। ਤੁਸੀਂ ਦੇਖੋ ਜੀ, ਮੈਂ ਦੋਨਾਂ ਵਿਸ਼ਿਆਂ ਦੇ ਉੱਤੇ ਹੀ ਥਾਣਾ ਲਾਉਂਗਾ ਦੋਨਾਂ ਬੰਦਿਆਂ ਨੂੰ ਜੀ। ਬਿਲਕੁਲ ਗੱਲ ਹੈ ਦੁੱਲੋ ਦੀ ਹੈ। ਤੁਸੀਂ ਇਹ ਦੇਖੋ ਕਿ ਦੁੱਲੋ ਆਪ ਕਾਂਗਰਸ ਦਾ ਪ੍ਰਧਾਨ ਵੀ ਰਿਹਾ, MLA ਵੀ ਰਿਹਾ, ਔਰ ਦੁੱਲੋ ਦੱਸੇ ਕਿਹੜੇ ਕੁਝ ਤੀਰ ਮਾਰੇ ਆ ਆਪ ਦੇ ਟਾਈਮ ਦੇ ਵਿੱਚ, ਇਹਨੇ ਕਿਹੜੀ ਕੀ ਕੀਤਾ। ਬਿਲਕੁਲ ਜ਼ਰੂਰ ਜਿੱਤ ਜੀ। ਦੂਸਰੀ ਗੱਲ ਇਹ ਭਗਵੰਤ ਮਾਨ ਦੇ ਮਗਰ ਲੱਗਾ ਹੋਇਆ ਤੇ ਇਹਨਾਂ ਨੂੰ ਲੱਡੂ ਮਿਲਦਾ ਉਧਰ ਹੀ ਥਾਲੀ ਚ ਚੱਕ ਲਓ। ਇਹ ਇਸ ਟਾਈਪ ਦਾ ਬੰਦਾ ਹੈਗਾ। ਮੈਂ ਵੈਸੇ ਮੇਰਾ ਜਾਤੀ ਵਿਵਾਦ ਕੁਛ ਨਹੀਂ ਇਹਦੇ ਨਾਲ, ਤੇ ਲੋਕਾਂ ਨੂੰ ਮੂਰਖ ਬਣਾਉਣ ਤੇ ਜਾਂ ਬੁੱਧੂ ਬਣਾਉਣ ਦੇ ਮੈਂ ਬਰਖਲਾਫ ਹਾਂ। ਜਾਂ ਦੁੱਲੋ ਇਸੇ ਵੀਡੀਓ ਤੇ ਦੱਸੇ ਕੁਛ ਮੈਂਬਰ ਜਿਹੜੇ ਹੈਗਾ ਭਗਵੰਤ ਮਾਨ ਦੇ
ਦੇ ਵਿੱਚ ਹੈ ਨਹੀਂ ਆ ਕਿ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈ ਚੁੱਕਿਆ ਜਾਂ ਨਹੀਂ ਚੁੱਕਿਆ, ਦੂਜੇ ਲੋਕਾਂ ਨੂੰ ਬੇਵਕੂਫ ਬਣਾਉਂਦਾ। ਨੰਬਰ 2 ਦੇ ਉੱਪਰ ਜੀ ਤੁਸੀਂ ਕਿਸਾਨ ਯੂਨੀਅਨ ਦੀ ਮੀਟਿੰਗ ਦਿਖਾਈ ਆ 9 ਜਣਿਆਂ ਦੀ, ਉਹਨਾਂ ਦੇ ਵਿੱਚੋਂ ਮੈਨੂੰ ਉਸ ਬੰਦੇ ਦਾ ਨਾਂ ਭੁੱਲ ਗਿਆ, ਮੈਂ ਕਾਫੀ ਯਾਦ, ਜਿਹਨੇ 10 ਸਾਲ ਬਾਦਲਾਂ ਦੇ ਨਾਲ ਸੱਤਾ ਮਾਣੀਆਂ, ਉਹ ਬੰਦਾ ਵਿੱਚ ਬੈਠਾ ਸੀ ਹੁਣ ਅੱਜ ਵੀ। ਹਾਂ ਉਹਦੀ ਸ਼ਕਲ ਲੱਖੋਵਾਲ ਸਾਹਿਬ। ਉਹ ਆ ਰਿਹਾ, ਇਹ ਜਿਹੜੇ ਹੁਣ ਦੇ ਇਹਨਾਂ ਦੇ ਪਲਾਨ ਹੋਣਗੇ, ਇਹ ਗਵਰਨਮੈਂਟ ਕੋਲੇ ਲੀਕ ਹੋਊਗਾ ਤੇ ਸਾਰੀ ਇਨਫੋਰਮੇਸ਼ਨ ਜੀ ਕੀ ਜੇ ਇੱਕ ਕਿਸਾਨਾਂ ਤੋਂ ਪਾਸੇ ਹੋ ਜੇ ਤੇ ਫਿਰ ਕਿਹੜਾ ਕਿਸਾਨ ਜਾਂ ਕਿਸਾਨਾਂ ਦਾ ਅੰਦੋਲਨ ਉਹ ਕਾਮਯਾਬ ਨਹੀਂ ਹੋਊਗਾ। ਪੰਜਾਬ ਦੇ ਕਿਸਾਨ ਨੂੰ ਕਿ ਉਹ ਰਮਜ ਪਛਾਣ, ਰਾਜਨੀਤੀ ਦੀ ਰਮਜ ਪਛਾਣ, ਬੰਦੇ ਦੀ ਰਮਜ ਪਛਾਣ ਜੀ। ਟਾਈਮ ਵਿੱਚ ਮੈਂ ਤੁਹਾਨੂੰ ਗਰੰਟੀ ਦੇ ਦਿਨਾਂ ਲੈ ਕੇ, ਭਾਵੇਂ ਕਿ ਮੈਨੂੰ ਪੰਜਾਬ ਛੱਡੇ ਨੂੰ ਬਹੁਤ ਚਿਰ ਹੋ ਗਿਆ, ਪਰ ਮੇਰੀ ਜਿਹੜੀ ਅੱਖ ਨਾ ਉਹ ਹਮੇਸ਼ਾ ਪੰਜਾਬ 'ਚ ਰਹਿੰਦੀ ਹੈ ਕਿ ਉੱਥੇ ਕੀ ਹਾਲ ਹੈ ਜੀ, ਉੱਥੇ ਰੱਜਿਆ, ਉੱਥੇ ਕਿੱਥੇ ਪਾਣੀ ਆ, ਉੱਥੇ ਕਿੱਥੇ ਦਵਾਈ ਆ ਜੀ। ਇਹ ਦੇਖੋ ਕਿ ਜੇ ਅਕਾਲੀ ਦਲ ਹੋਣ 'ਚ ਆ ਜਾਂਦਾ, ਰੱਬ ਕਰੇ ਨਾ ਆਵੇ, ਇਹੀ ਬੰਦਾ ਜਿਹੜਾ ਕਿਸੇ ਨਾ ਕਿਸੇ ਅਹੁਦੇ ਦੇ ਉੱਤੇ ਜਾਊਗਾ। ਤੋਂ ਬਚਣ ਦੀ ਲੋੜ ਹੈ। ਵੈਰੀ ਮਚ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਰਾਮ ਸ਼ਰਮਾ ਜੀ। ਸੋ ਸਾਡੇ ਦਰਸ਼ਕਾਂ ਨੇ ਕੁਝ ਕਮੈਂਟਾਂ ਦੇ ਵਿੱਚ ਸੁਨੇਹੇ ਵੀ ਭੇਜੇ ਨੇ ਜੀ, ਇੱਕ ਵਾਰ ਸਾਂਝੇ ਕਰ ਲੈਂਦੇ ਆ। ਬਲਰਾਮ ਸਿੰਘ ਢਾਲੀਵਾਲ ਸਾਹਿਬ ਲਿਖਦੇ ਨੇ ਜੀ, ਉਹ ਕਹਿੰਦੇ ਕਿ ਮੇਰੀ ਨਿੱਜੀ ਰਾਏ ਹੈ ਕਿ ਚੋਣਾਂ ਦੇ ਵਿੱਚ ਟਾਈਮ ਬਹੁਤ ਘੱਟ ਹੈ, ਇਸ ਲਈ ਸਿੱਧੂ ਸਾਹਿਬ ਨੂੰ ਆਪਣਾ ਪੱਖ ਜ਼ੋਰ ਸ਼ੋਰ ਦੇ ਨਾਲ ਲੋਕਾਂ ਦੇ ਵਿੱਚ ਰੱਖਣਾ ਚਾਹੀਦਾ, ਨਹੀਂ ਤਾਂ ਇਹ ਮੌਕੇ ਦਾ ਫਾਇਦਾ ਨਾ ਉਠਾ ਕੇ ਸਿੱਧੂ ਸਾਹਿਬ ਦੀ ਬਹੁਤ ਵੱਡੀ ਰਾਜਨੀਤਿਕ ਭੁੱਲ ਸਾਬਤ ਹੋਵੇਗੀ। ਬਿਲਕੁਲ ਸਹੀ ਹੈ ਜੀ। ਸੋ ਕਾਲਰ ਨੇ ਜੀ ਇੱਕ ਹੋਰ ਸਾਡੇ ਨਾਲ ਜੁੜੇ ਹੋਏ ਫੋਨ ਲਾਈਨ ਤੇ ਨੇ ਜੀ। ਸਵਾਗਤ ਹੈ ਸਰ। ਸਵਾਗਤ ਹੈ ਸਰ ਤੁਹਾਡਾ। ਹੈਲੋ। ਇਹਨਾਂ ਨੇ ਨਾ ਵੀਰੇ ਕੁਝ ਨਹੀਂ ਕਰਨਾ ਜਿੰਨਾ ਚ ਜਿਹੜਾ ਲੋਕਾਂ ਦੇ ਵਿੱਚ ਨਾ ਇੱਕ ਗੱਲ ਗਈ ਹੋਈ ਹੈ ਨਾ ਜੀ, ਬਈ ਜੀ ਪ੍ਰਸ਼ਾਸਨ ਕਰੂਗਾ, ਇਹ ਗੱਲ ਆਪਾਂ ਨੂੰ ਕੱਢਣੀ ਪੈਣੀ ਹੈ। ਲੋਕਾਂ ਨੂੰ ਆਪ ਇਕੱਠੇ ਹੋ ਕੇ ਸਾਰਾ ਕੁਝ ਕਰਨਾ ਪੈਣਾ। ਦੇਖੋ ਮੰਨ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਸੀ ਵੀ 24 ਘੰਟੇ ਜੋ 2.5 ਘੰਟੇ ਹਰੇਕ ਬੰਦੇ ਨੇ ਸਾਂਝੇ ਕੰਮ ਲਈ ਕੱਢਣੇ ਆ। ਬਿਲਕੁਲ। ਤੇ ਉਹ ਮੰਨ ਆਪਾਂ 500 ਸਾਲ ਤੋਂ 1 ਘੰਟਾ ਵੀ ਨਹੀਂ ਕੱਢਿਆ। ਨਹੀਂ ਜੀ, ਬਿਲਕੁਲ। ਇਹਨਾਂ ਨੇ ਮੰਨ ਕਿਸੇ ਨੇ ਕੁਝ ਨਹੀਂ ਕਰਨਾ। ਦੇਖੋ ਹਾਲਤ ਜਿਹੜੀ ਇੰਨੀ ਮਾੜੀ ਆ ਬਈ, ਦੇਖੋ ਸੈਂਟਰ ਗਵਰਨਮੈਂਟ ਦਾ ਖਜ਼ਾਨਾ ਖਾਲੀ ਆ, ਪੰਜਾਬ ਦਾ ਵੀ ਖਾਲੀ ਆ, ਬੈਂਕਾਂ ਵੀ ਖਾਲੀ ਆ, ਤੇ ਫਿਰ ਐਵੇਂ ਆਪਾਂ ਕਹਾਂਗੇ ਫਲਾਨੀ ਪਾਰਟੀ ਕਰ ਦੂ, ਸਿੱਧੂ ਕਰ ਦੂ, ਫਲਾਨਾ ਕਰ ਦੂ, ਕਿਸੇ ਨੇ ਕੁਝ ਨਹੀਂ ਕਰਨਾ ਪੁੱਤ। ਇਹ ਤਾਂ ਲੋਕਾਂ ਨੂੰ ਆਪ ਇਕੱਠੇ ਹੋ ਕੇ ਆਪਦੇ ਮਸਲੇ ਆਪ ਹੱਲ ਕਰਨੇ ਪੈਣੇ ਆ। ਈਰਖਾ ਛੱਡਣੀ, ਹਾਂ ਲੋੜਵੰਦ ਦੀ ਮਦਦ ਕਰਨੀ ਪੈਣੀ ਆ। ਇੱਧਰ ਨੂੰ ਲੋਕਾਂ ਨੂੰ ਪੁੱਤ ਤਾਂ ਹੱਲ ਬਣਨੀ ਆ। ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਸੋ ਸਾਡੇ ਇੱਕ ਹੋਰ ਦਰਸ਼ਕ ਨੇ ਜੀ, ਹਰਭਜਨ ਸਿੰਘ ਜੀ ਹੋਰੀ ਲਿਖਦੇ ਨੇ ਜੀ, ਹੁਣ ਕਾਂਗਰਸ ਦਾ ਵਜੂਦ ਪੰਜਾਬ 'ਚੋਂ ਖਤਮ ਹੋਣਾ ਚਾਹੀਦਾ। ਲਗਭਗ ਕੁਝ ਇਸੇ ਤਰ੍ਹਾਂ ਦੀ ਤਸਵੀਰ ਤਾਂ ਬਣਦੀ ਜਾ ਰਹੀ ਹੈ ਜੀ, ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੇ ਵਾਅਦੇ ਸੀ ਉਹ ਪਾਰਟੀ ਪੂਰੇ ਨਹੀਂ ਕਰ ਸਕੀ ਹਜੇ ਤੱਕ। ਲੋਕਾਂ ਦੇ ਨਾਲ ਕਰ ਰਹੀ ਹੈ ਪਾਰਟੀ, ਪੂਰੇ ਮਤਲਬ ਸਿਰਫ ਨਾਂ ਦੇ ਕਰ ਰਹੀ ਹੈ, ਤੇ ਵੱਡੇ ਵਾਅਦੇ ਕਰ ਲਏ ਜਾਂਦੇ ਆ ਕਿ ਛੋਟਾ ਜਿਹਾ ਇੱਕ ਉਹਦੇ ਵਿੱਚੋਂ ਹਿੱਸਾ ਜਿਹਾ ਕਰ ਦਿੱਤਾ ਜਾਂਦਾ, ਤੇ ਉਹਦੇ ਤੇ ਫਿਰ ਸਰਕਾਰ ਨਾਂ ਬਣਾ ਲੈਂਦੀ ਹੈ ਜੀ ਕਿ ਦੇਖੋ ਅਸੀਂ ਹੁਣ ਇਹ ਫੋਨ ਵਾਲਾ ਵਾਅਦਾ ਵੀ ਪੂਰਾ ਕਰਤਾ ਜੀ, ਅਸੀਂ ਕਰਜ਼ੇ ਵਾਲਾ ਵਾਅਦਾ ਵੀ ਪੂਰਾ ਕਰਤਾ, ਅਸੀਂ ਨੌਕਰੀਆਂ ਵਾਲਾ ਵਾਅਦਾ ਵੀ ਪੂਰਾ ਕਰਤਾ। ਸੋ ਇਸ ਤਰ੍ਹਾਂ ਦੇ ਨਾਲ ਕੁਛ ਸਮਾਂ ਤਾਂ ਸਰਕਾਰ ਟਪਾ ਸਕਦੀ ਹੈ, ਪਰ ਜਿਹੜੀ ਸਰਕਾਰ ਨੂੰ ਅੱਗੇ ਆਉਣ ਵਾਲੀ ਜਿਹੜੀ ਚੁਣੌਤੀ ਆਊਗੀ ਨਾ 1.5 ਸਾਲ ਬਾਅਦ 2022 ਦੇ ਵਿੱਚ, ਉਹਦੇ ਵਿੱਚ ਫਿਰ ਭਟਕਣੀ ਖਾਣੀ ਪੈ ਸਕਦੀ ਹੈ। ਕਿਉਂਕਿ ਲੋਕ ਵੀ ਜਿਹੜੇ ਉਹ ਹੁਣ ਤਾਂ ਕਹਿ ਦਈਏ ਕਿ ਭੁਲੇਖੇ ਦੇ ਵਿੱਚ ਨਹੀਂ ਹੈਗੇ। ਹੁਣ ਲੋਕਾਂ ਦੇ ਵਿੱਚ ਵੀ ਜਿਹੜੀ ਸਿਆਣਪ ਹੈ ਉਹ ਕਾਫੀ ਹੱਦ ਤੱਕ ਤਾਂ ਆ ਹੀ ਗਈ ਹੈ, ਤੇ ਹਰ 5 ਸਾਲ ਬਾਅਦ ਚੰਗੀ ਗੱਲ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਵੋਟਰ ਨੇ ਉਹ ਸਿਆਣੇ ਹੁੰਦੇ ਜਾਂਦੇ ਨੇ, ਤੇ ਕੁਝ ਸੋਚ ਸਮਝ ਕੇ ਹੀ ਫਿਰ ਆਪਣੀ ਵੋਟ ਦਾ ਜਿਹੜਾ ਉਹ ਇਸਤੇਮਾਲ ਕਰਦੇ ਨੇ। ਸੋ ਸਮਾਂ ਕਰੀਬ ਸਮਾਪਤੀ ਵੱਲ ਹੀ ਹੈ ਜੀ, ਬਾਹਲਾ ਸਾਡੇ ਕੋਲ ਸਮਾਂ ਨਹੀਂ। ਸੋ ਜਾਂਦੇ ਕਰੋਨਾ ਵਾਇਰਸ ਦੀ ਅਪਡੇਟ ਤੁਹਾਨੂੰ ਦੇ ਦਿੰਦੇ ਹਾਂ ਜੀ। ਤੇ ਕਰੋਨਾ ਵਾਇਰਸ ਦੇ ਮਾਮਲੇ ਹੁਣ ਪੰਜਾਬ ਦੇ ਵਿੱਚ 36,083 ਪਹੁੰਚ ਗਏ ਨੇ, 36,000। ਤੇ ਕੱਲ ਜੇਕਰ ਦੇਖੀਏ ਤਾਂ ਕੱਲ 34,400 ਸੀ,
ਯਾਨੀ ਕਿ 2000 ਦੇ ਕਰੀਬ ਜਿਹੜੇ ਨਵੇਂ ਮਾਮਲੇ ਨੇ ਜੀ ਜਿਹੜੇ ਪਿਛਲੇ 24 ਘੰਟੇ ਦੇ ਵਿੱਚ ਆਏ ਨੇ ਤੇ 920 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। 35-36 ਮੌਤਾਂ ਨੇ ਜਿਹੜੀਆਂ ਉਹ ਪਿਛਲੇ 24 ਘੰਟਿਆਂ ਦੇ ਵਿੱਚ ਹੋਈਆਂ ਨੇ ਤੇ ਲਗਾਤਾਰ ਜੇਕਰ ਦੇਖਿਆ ਜਾਏ ਤਾਂ ਐਵਰੇਜ ਰੋਜ਼ਾਨਾ ਸਾਡੇ ਪੰਜਾਬ ਦੇ ਵਿੱਚ 30 ਤੋਂ ਲੈ ਕੇ 35 ਤੱਕ ਜਿਹੜੇ ਕਰੋਨਾ ਵਾਇਰਸ ਦੇ ਮਰੀਜ਼ ਨੇ ਉਹ ਆਪਣੀਆਂ ਜਾਨਾਂ ਗਵਾ ਰਹੇ ਨੇ ਜੀ। ਲਗਾਤਾਰ ਮਤਲਬ ਹਰ ਦਿਨ 30-35 ਬੰਦੇ ਇਸ ਬਿਮਾਰੀ ਦੇ ਕਾਰਨ ਆਪਣੀ ਜਾਨ ਗਵਾ ਰਹੇ ਨੇ। ਸੋ ਸਮਝਣ ਦੀ ਲੋੜ ਹੈ। ਅਸੀਂ ਬਾਰ-ਬਾਰ ਇਹੀ ਤੁਹਾਨੂੰ ਅਪੀਲ ਕਰਦੇ ਹਾਂ, ਇਹੀ ਅਸੀਂ ਕਹਿੰਦੇ ਹਾਂ ਕਿ ਇਸ ਬਿਮਾਰੀ ਨੂੰ ਹਲਕੇ ਦੇ ਵਿੱਚ ਨਾ ਲਓ, ਕਿਉਂਕਿ ਜਦੋਂ ਇਹ ਬਿਮਾਰੀ ਸ਼ੁਰੂ ਹੋਈ ਸੀ ਉਦੋਂ ਸਾਡੇ ਦਿਲਾਂ ਦੇ ਵਿੱਚ, ਮਨਾਂ ਦੇ ਵਿੱਚ ਬਹੁਤ ਵੱਡਾ ਡਰ ਸੀ ਤੇ ਉਸੇ ਤਰ੍ਹਾਂ ਦਾ ਡਰ ਹੋਣਾ ਵੀ ਚਾਹੀਦਾ, ਇਸ ਸਮੇਂ ਹੋਣਾ ਚਾਹੀਦਾ। ਉਸ ਸਮੇਂ ਅਸੀਂ ਬਹੁਤ ਸਾਰੇ ਪਾਬੰਦੀਆਂ ਲਾ ਲਈਆਂ, ਬਹੁਤ ਕੁਝ ਕੀਤਾ, ਬਹੁਤ ਖਿਆਲ ਰੱਖਿਆ ਜਦੋਂ ਕੋਈ ਬਿਮਾਰੀ ਨਹੀਂ ਸੀ। ਲੇਕਿਨ ਹੁਣ ਜਦੋਂ ਬਿਮਾਰੀ ਬਹੁਤ ਵੱਡੇ ਪੱਧਰ ਤੇ ਵੱਧ ਰਹੀ ਹੈ, ਹੁਣ ਉਸ ਤਰ੍ਹਾਂ ਦੀਆਂ ਪਾਬੰਦੀਆਂ ਸਾਨੂੰ ਆਪਣੇ ਆਪ ਤੇ ਲਾਉਣੀਆਂ ਚਾਹੀਦੀਆਂ ਨੇ, ਤਾਂ ਹੀ ਅਸੀਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਤੇ ਖੁਦ ਵੀ ਸੁਰੱਖਿਅਤ ਰੱਖ ਸਕਦੇ ਹਾਂ। ਸੋ ਸਮਾਂ ਅੱਜ ਦਾ ਇੱਥੇ ਹੀ ਸਮਾਪਤ ਹੋ ਗਿਆ ਜੀ ਤੇ ਕੱਲ ਫੇਰ ਠੀਕ ਇਸੇ ਹੀ ਸਮੇਂ ਤੇ ਇਸੇ ਹੀ ਚੈਨਲ ਤੇ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਗਲੋਬਲ ਗੱਲਬਾਤ ਲੈ ਕੇ ਆਪ ਜੀ ਦੇ ਅੱਗੇ ਰੂਬਰੂ ਹੋਵਾਂਗੇ ਜੀ। ਸੋ ਕੱਲ ਤੱਕ ਦੇ ਲਈ ਤੁਸੀਂ ਆਪਣਾ ਖਿਆਲ ਰੱਖਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।